कि इस पिंड तो पहले विश्व युद्ध दे विच 21 सैनिक गए सीगे 1914 तो 1919 दे विच जिहड़ा होया सी ते 4 जिहदे विचों शहीद हो गए सी। आपां 1919 भी लाइए अज दी डेट च 2022 आ गया, भाव 102 साल तो वध दा समा हो गया। ये पत्थर जिहड़ा उस टाइम दा इत्थे लग्या होया। पहले विश्व युद्ध ਦੇ ਵਿੱਚ जो साढ़े 21 जवान गए सी लड़ाई च 1914 टू 1919 तक, जिसों 4 शहीद हो गए सी। मैं सरकार तो बेनती करदा कि साडे पिंड वास्ते कोई ना कोई यादगार इन्हां दी याद विच बनाई जावे। कदी कदी निराशा नहीं हुंदी भी सरकारां ध्यान नहीं दिंदियां? गौरमेंट फौजियों वास्ते कोई खास गौर नहीं करती, सिर्फ अनाउंसमेंट कर देंदी है 10 लाख रुपये देवांगे ये देवांगे, पर मौके पर देख नहीं जाते। ਜਿਹੜੇ ਮੰਤਰੀ ਬਣ ਜਾਂਦੇ ਆ ਉਹ ਫੌਜ ਦੇ ਬਾਰੇ ਕੁਝ ਜਾਣਦੇ ਨਹੀਂ ਹੈਗੇ, ਕਿਉਂਕਿ ਉਹਦਾ ਕੋਈ ਨਾ ਉਹਨਾਂ ਦਾ ਮੁੰਡਾ ਹੁੰਦਾ ਨਾ ਉਹਦਾ ਸਾਡਾ ਜਵਾਈ ਹੁੰਦਾ ਫੌਜ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਹੈਗਾ, ਸਿਰਫ ਲੈਕਚਰਬਾਜ਼ੀ ਕਰਕੇ ਸਭ ਚਲੇ ਜਾਂਦੇ। ਪਰ ਪੱਥਰ ਦੇ ਬਾਰੇ ਕਿਸੇ ਨੇ ਗੌਰ ਨਹੀਂ ਕੀਤੀ। ਇਹ ਪੱਥਰ ਲੱਗਿਆ ਪਿੰਡ ਦੇ ਵਿੱਚ, ਇੱਥੇ ਟਿੱਕੀਆਂ ਵੀ ਲੱਗ ਸਕਦੀਆਂ ਤੀਆਂ, ਡੈਕੋਰੇਸ਼ਨ ਵੀ ਹੋ ਸਕਦਾ ਸੀ, ਪਰ ਕਿਸੇ ਨੇ ਗੌਰ ਨਹੀਂ ਕੀਤੀ। ਇਹ ਅੱਜ ਪਤਾ ਨਹੀਂ ਕਿੱਦਾਂ ਇਹ ਰੰਗ ਭਰ ਗਿਆ ਇੱਥੇ। ਤੁਹਾਡਾ ਨਹੀਂ ਦਿਲ ਕੀਤਾ ਜਾਣ ਨੂੰ ਕਿ ਮਿਲੀ ਨਹੀਂ ਨੌਕਰੀ ਹੋ ਚ? ਨਹੀਂ, ਮੈਨੂੰ SBI ਬੈਂਕ 'ਚ ਕਰਦਾ ਜੋਬ ਗਿਆ ਸੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਮਨਾ ਕਰਤਾ ਸੀ ਉਸ ਟਾਈਮ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖੇ ਦਰਸ਼ਕਾਂ ਸਵਾਗਤ ਹੈ। ਸੋ ਦਰਸ਼ਕੋ, ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪਿੰਡ ਹਸਨਪੁਰ ਵਿਖੇ। ਖਰੜ ਤਹਿਸੀਲ ਦਾ ਇਹ ਪਿੰਡ ਹੈਗਾ। ਹੈ ਪੰਜਾਬ ਦੇ ਜਿੱਦਾਂ ਹੋਰ ਪੰਜਾਬ 'ਚ 13,000 ਪਿੰਡ ਨੇ, ਉੱਦਾਂ ਹੀ ਇਹ ਇੱਕ ਪਿੰਡ ਹੈ, ਪਰ ਇਸ ਇੱਕ ਪਿੰਡ ਦੀ ਬਹੁਤ ਹੀ ਵਿਲੱਖਣ ਵਿਸ਼ੇਸ਼ਤਾ ਹੈਗੀ ਹੈ। ਉਹ ਵਿਸ਼ੇਸ਼ਤਾ ਹੈ ਜਿਹੜੀ ਕਿ ਇਹਨੂੰ ਦੁਨੀਆ ਭਰ ਦੇ ਵਿੱਚ ਮਕਬੂਲ ਕਰਦੀ ਹੈ। ਜੇ ਆਪਾਂ ਇੱਧਰ ਪੰਜਾਬ ਵਿੱਚ ਆਈਏ, ਖਾਸ ਕਰ ਇਸ ਜ਼ਿਲ੍ਹੇ ਵੱਲ ਆਈਏ ਜਾਂ ਆਸ-ਪਾਸ ਦੇ 4-5 ਜ਼ਿਲ੍ਹਿਆਂ 'ਚ ਵੀ ਚਲੇ ਜਾਈਏ, ਤਾਂ ਜੋ ਇਸ ਪਿੰਡ ਦੀ ਤੁਹਾਨੂੰ ਖਾਸੀਅਤ ਮਿਲੇਗੀ ਨਾ, ਉਹ ਹੈਗੀ ਦੇਸ਼ ਸੇਵਾ ਦਾ ਜਜ਼ਬਾ। ਔਰ ਉਸ ਜਜ਼ਬੇ ਦੀ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿਖਾਣਾ ਕਿ ਤੁਸੀਂ ਇਸ ਪੱਥਰ ਜੋ ਇੱਥੇ ਪਿੰਡ 'ਚ ਲੱਗਿਆ, ਮੈਂ ਪੜ੍ਹਨ ਜਾ ਰਿਹਾ, ਉੱਪਰ ਦੇਖ ਲਓ ਲਿਖਿਆ ਹੈ ਹਸਨਪੁਰ, ਫਰੋਮ ਦਿਸ ਵਿਲੇਜ 21 men went to the Great War 1914 ਤੋਂ 1919 of these 4 gave up देयर लाइव्स। भाव यह कि इस पिंड तो पहले विश्व युद्ध दे विच 21 सैनिक गए सीगे 1914 तो 1919 दे विच जिहड़ा होया सी ते 4 जिहदे विचों शहीद हो गए सी। आपां 1919 भी लाइए अज दी डेट च 2022 आ गया, भाव 102 साल तो वध दा समा हो गया। ये पत्थर जिहड़ा उस टाइम दा इत्थे लग्या होया ते एवरेज आपां गल कर लईए इस पिंड बारे कहा जांदा भी 200 ਦੇ करीब ਪਿੰਡ ਦੇ ਵਿੱਚ ਘਰ ਹੈਗਾ ਤੇ 112 ਮਤਲਬ 100 ਤੋਂ ਵੱਧ ਔਨ ਰਿਕਾਰਡ ਇਸ ਪਿੰਡ ਦੇ ਫੌਜੀ ਜਿਹੜੇ ਹੈਗੇ ਨੇ। ਐਵਰੇਜ ਲਾਈਏ ਤਾਂ ਇੱਕ ਪਿੰਡ ਦੇ ਵਿੱਚ ਜਾਂ ਇਸ ਪਿੰਡ ਦੇ ਇੱਕ ਘਰ 'ਚ ਤੁਹਾਨੂੰ ਇੱਕ ਫੌਜੀ ਜ਼ਰੂਰ ਜਿਹੜਾ ਮਿਲ ਜਾਏਗਾ। ਇੰਨਾ ਕੁ ਜਜ਼ਬਾ ਇਸ ਪਿੰਡ ਦੇ ਵਿੱਚ ਦੇਸ਼ ਸੇਵਾ ਨੂੰ ਲੈ ਕੇ ਹੈਗਾ। ਸੋ ਸਾਡੇ ਨਾਲ ਜਰਨੈਲ ਸਿੰਘ ਰਿਟਾਇਰਡ ਜਿਹੜੇ ਹੈਗੇ ਨੇ ਸੂਬੇਦਾਰ ਮੌਜੂਦ ਨੇ। ਸੋ ਜਰਨੈਲ ਸਿੰਘ ਜੀ, ਇਹ ਤੁਹਾਡੇ ਪਿੰਡ ਦਾ ਨਾਂ ਫੌਜੀਆਂ ਵਾਲਾ ਪਿੰਡ ਵੀ ਇੱਕ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਏਗਾ। ਕੀ ਮਹਿਸੂਸ ਕਰਦੇ ਹੋ ਇਸ ਫੌਜੀਆਂ ਦੇ ਨਾਂ ਤੇ ਇਸ ਪਿੰਡ ਦੀ ਐਡੀ ਦੇਣ ਹੈ? ਹੋਣਾ ਚਾਹੀਦਾ ਜੀ, ਸਾਡੇ ਪਿੰਡ ਦੀ ਬਹੁਤ ਦੇਣ ਹੈ। ਇਹ ਆਰਮੀ ਸਾਈਡ ਤੋਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜੋ ਸਾਡੇ 21 ਜਵਾਨ ਗਏ ਸੀ ਲੜਾਈ 'ਚ 1914 ਟੂ 1919 ਤੱਕ, ਜਿਸੋਂ 4 ਸ਼ਹੀਦ ਹੋ ਗਏ ਸੀ। ਉਹਨਾਂ ਦੇ ਨਾਂ ਜੀ ਨਿੱਕਾ ਸਿੰਘ, ਨਰਾਤਾ ਸਿੰਘ, ਪੂਰਨ ਸਿੰਘ, ਤੇਜਾ ਸਿੰਘ। ਇਹ ਸ਼ਹੀਦ ਹੋ ਗਏ ਜੀ। ਇਸ ਆਪਣੇ ਦੁਆਰਾ ਪਿੰਡ 'ਚ ਵਾਪਸ ਨਹੀਂ ਆਏ ਜੀ। ਇਹਨਾਂ ਦੀ ਉੱਥੀ ਆਪਣੀ ਸ਼ਰਧਾਂਜਲੀ ਉੱਥੀ ਉਹਨਾਂ ਦੀ ਅੰਤਮ ਰਸਮ ਉੱਥੀ ਕੀਤੀ ਗਈ ਇੰਗਲੈਂਡ ਦੇ ਵਿੱਚ। ਬਾਕੀ 17 ਕਿਹੜੇ ਸੀ? ਜੋ ਜਵਾਨ ਵਾਪਸ ਹਸਨਪੁਰ ਸਹੀ ਸਲਾਮਤ ਆਏ ਸਨ, ਉਹਨਾਂ ਦੇ ਨਾਂ ਇਸ ਪ੍ਰਕਾਰ ਹਨ: ਸੁੰਦਰ ਸਿੰਘ, ਤੇਜਾ ਸਿੰਘ, ਰੋਡਲ ਸਿੰਘ, ਨਰੈਣ ਸਿੰਘ, ਨਰਾਤਾ ਸਿੰਘ, ਤੇਜਾ ਸਿੰਘ, ਮਾਧੋ ਸਿੰਘ, ਅਨੋਖ ਸਿੰਘ, ਗੰਡਾ ਸਿੰਘ, ਰਾਮ ਸਿੰਘ, ਬਲਵੰਤ ਸਿੰਘ, ਹਰੀ ਸਿੰਘ, ਭੋਗ ਸਿੰਘ, ਮੋਹਨ ਸਿੰਘ, ਮਨਸਾ ਸਿੰਘ, ਤੇਜਾ ਸਿੰਘ, 17ਵਾਂ ਜੀ ਈਸਰ ਸਿੰਘ। ਇਹ 17 ਸਹੀ ਸਲਾਮਤ ਪਿੰਡ 'ਚ ਵਾਪਸ ਆ ਗਏ ਸੀ। ਅੱਛਾ, ਦੂਜੇ ਵਿਸ਼ਵ ਯੁੱਧ ਦੇ ਵਿੱਚ ਵੀ ਪਿੰਡ ਦੇ ਕਈ ਰਹੇ ਨੇ ਫੌਜੀ ਸ਼ਾਮਲ? ਹਾਂ ਜੀ, ਉਹਨਾਂ 'ਚ ਵੀ ਰਹੇ ਜੀ। ਮੋਟੇ 2 ਬੰਦਿਆਂ ਦੇ ਨਾਂ ਹੈ ਜੀ। ਸੂਬੇਦਾਰ ਹੌਲਦਾਰ ਬਚਨ ਸਿੰਘ, ਉਹਨਾਂ ਦੀ ਆਲ ਫੈਮਿਲੀ, ਉਹਨਾਂ ਦੇ ਗਾਹਾਂ ਲੜਕੇ ਵੀ, ਉਹਨਾਂ ਦੇ ਗਾਹਾਂ ਪੋਤੇ ਵੀ ਆਰਮੀ 'ਚ। ਮਤਲਬ ਤੀਸਰੀ ਪੀੜ੍ਹੀ ਵੀ ਮਤਲਬ ਆਰਮੀ 'ਚ? ਆਰਮੀ 'ਚ ਹੈ ਜੀ। ਹੌਲਦਾਰ ਬਚਨ ਸਿੰਘ ਦੀ। ਔਰ ਸੂਬੇਦਾਰ ਮਾਧੋ ਸਿੰਘ ਸੀ,
ਉਹ ਵੀ ਦੂਜੀ ਲੜਾਈ 'ਚ ਰਹੇ 1935 ਤੇ 1945 ਜੋ ਵੀ ਟਾਈਮ ਸੀ ਉਹਨਾਂ ਦਾ ਉਸ ਟਾਈਮ ਦਾ ਦੂਜੀ ਵਰਲਡ ਦਾ ਜੀ। ਸੋ ਜਰਨੈਲ ਸਿੰਘ ਜੀ, ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿੱਦਾਂ ਕਿਹਾ ਜਾਂਦਾ ਵੀ ਜਿਹੜੇ ਸ਼ਹੀਦ ਹੋ ਗਏ ਸੀ ਬਾਹਰ, ਪਿੰਡ 'ਚ ਉਹਨਾਂ ਦੀਆਂ ਮਤਲਬ ਲੋਥਾਂ ਜਿਹੜੀਆਂ ਜਾਂ ਲਾਸ਼ਾਂ ਨਹੀਂ ਪਹੁੰਚੀਆਂ ਸੀ, ਤੇ ਪਿੰਡ 'ਚ ਵੈਸੇ ਤਾਂ ਗਮ ਮਨਾਇਆ ਗਿਆ ਬਜ਼ੁਰਗਾਂ ਦਾ, ਪਰ ਇਸ ਚੀਜ਼ ਦਾ ਅਫਸੋਸ ਨਹੀਂ ਜ਼ਾਹਿਰ ਕੀਤਾ ਜਾਂਦਾ, ਪਿੰਡ 'ਚ ਉਸ ਨੂੰ ਇਸ ਤਰ੍ਹਾਂ ਫੀਲ ਕੀਤਾ ਜਾਂਦਾ ਹੈ। ਇਹਨੂੰ ਲੈ ਕੇ ਕੀ ਕਹਿੰਦੇ ਹੋ? ਇਹ ਸਾਨੂੰ ਫਖਰ ਹੈ ਇਸ ਚੀਜ਼ ਦਾ ਜੀ, ਸਾਨੂੰ ਇਸ ਚੀਜ਼ ਦੀ ਖੁਸ਼ੀ ਵੀ ਹੈ। ਸਾਡੇ ਜਵਾਨ ਇਸ ਜਾ ਕੇ ਪਹਿਲੇ ਵਰਲਡ 'ਚ ਦੂਸਰੇ ਕੰਟਰੀ ਜਾ ਕੇ ਲੜੇ ਔਰ ਸ਼ਹੀਦੀ ਪਾਈ, ਬਹੁਤ ਫਖਰ ਹੈ ਪਿੰਡ ਨੂੰ ਜੀ। ਪਿੰਡ ਵਾਲੇ ਵੀ ਮਾਣ ਮਹਿਸੂਸ ਕਰਦੇ ਮਾਣ ਮਹਿਸੂਸ ਕਰਦੇ ਆ, ਪਰ ਅਸੀਂ ਚਿੰਤਾ ਪ੍ਰਗਟ ਵੀ ਕਰਦੇ, ਇਸ ਪੱਥਰ ਨੂੰ ਦੇਖ ਕੇ ਸਾਨੂੰ ਥੋੜਾ ਅਫਸੋਸ ਵੀ ਹੈ। ਜਦ ਕਿ ਪੱਥਰ ਦੀ ਅਸੀਂ ਦੇਖੀਏ ਸਾਨੂੰ ਅਫਸੋਸ ਆਉਂਦਾ ਕਿ ਇਹਦੇ ਬਾਰੇ ਹੁਣ ਤੱਕ ਦੁਨੀਆ ਕਿੱਥੇ ਪਹੁੰਚ ਗਈ ਜੀ, ਪਰ ਪੱਥਰ ਉੱਥੀ ਦਾ ਉੱਥੀ ਖੜਾ ਜੀ। ਜੀ, ਸੋ ਕੀ ਕਹਿਣਾ ਚਾਹੋਗੇ ਜੀ ਇਸ ਫੌਜੀਆਂ ਦੇ ਪਿੰਡ ਦੇ, ਤੁਸੀਂ ਵੀ ਵਾਸੀ ਹੈਗੇ ਹੋ ਜੀ ਸਰਪੰਚ ਸਾਹਿਬ? ਇਹਨਾਂ ਦੀ ਯਾਦ ਦੇ ਵਿੱਚ ਜੀ ਸਾਨੂੰ ਕੋਈ ਪਿੰਡ ਨੂੰ ਯਾਦਗਾਰ ਬਣਾਉਣੀ ਚਾਹੀਦੀ ਹੈ, ਤਾਂ ਕਿ ਜੋ ਇਹਨਾਂ ਹਮੇਸ਼ਾ ਅਸੀਂ ਯਾਦ ਰੱਖ ਸਕੀਏ। ਇਹਨਾਂ ਦੀ ਹਰ ਸਾਲ ਅਸੀਂ ਯਾਦ ਮਨਾਉਂਦੇ ਰਹੀਏ, ਤਾਂ ਜੋ ਕਿ ਨਵੀਂ ਪੀੜ੍ਹੀ ਵਾਸਤੇ ਸਾਨੂੰ ਸੁਚੇਤ ਹੋ ਜਾਵੇ, ਕਿ ਨਵੀਂ ਪੀੜ੍ਹੀ ਵਾਸਤੇ ਸਾਨੂੰ ਇਹਨਾਂ ਬੰਦਿਆਂ ਬਾਰੇ ਪਤਾ ਚੱਲੇ। ਤੇ ਅਸੀਂ ਮਾਣ ਕਰਦੇ ਹਾਂ, ਸਾਡੇ ਘਰ ਇੰਨੇ ਘਰ ਭਰਤੀ ਫੌਜੀ ਹੋਣ ਦੇ ਨਾਤੇ ਸਾਡੇ ਪਿੰਡ ਨੂੰ ਮਾਣ ਹੈ, ਜੋ ਕਿ ਸਾਡੇ ਦੇਸ਼ ਦੀ ਸੇਵਾ ਵਿੱਚ ਹਰ ਸਮੇਂ ਜੁਟੇ ਹੋਏ ਹਨ। ਮੈਂ ਇਸੀ ਗੱਲ ਨੂੰ ਮੁੱਖ ਰੱਖਦੇ ਹੋਏ ਮੈਂ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਡੇ ਪਿੰਡ ਵਾਸਤੇ ਕੋਈ ਨਾ ਕੋਈ ਯਾਦਗਾਰ ਇਹਨਾਂ ਦੀ ਯਾਦ ਵਿੱਚ ਬਣਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਲੱਗਦਾ ਤੁਹਾਨੂੰ ਕਿ ਪਿੰਡ ਵਾਲੇ, ਇਹ ਤਾਂ ਹੋ ਨਹੀਂ ਸਕਦਾ ਕਦੀ ਕੋਸ਼ਿਸ਼ ਨਾ ਕਰੀ ਹੋਵੇ ਮੰਤਰੀਆਂ ਵਿਧਾਇਕਾਂ ਤੱਕ ਜਾ ਕੇ ਵੀ ਸਾਡੇ ਪਿੰਡ 'ਚ ਕੋਈ ਯਾਦਗਾਰ ਬਣਾਓ, ਨਹੀਂ ਧਿਆਨ ਦਿੱਤਾ ਅਫਸਰਾਂ ਨੇ, ਸਰਕਾਰਾਂ ਨੇ? ਨਹੀਂ, ਅਸੀਂ ਖਿਆਲ ਵਿੱਚ ਲਿਆਂਦਾ ਗੌਰਮੈਂਟ ਦੇ, ਪਰ ਕੋਈ ਗੌਰਮੈਂਟ ਨੇ ਧਿਆਨ ਨਹੀਂ ਦਿੱਤਾ। ਸਾਡੀ ਪੁਰਜੋਰ ਇਹੀ ਅਪੀਲ ਹੈ ਕਿ ਸਾਨੂੰ ਇਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਪਿੰਡ ਦੇ ਵਿੱਚ ਸਕੂਲ ਦੇ ਇਹਨਾਂ ਦੇ ਨਾਮ ਤੇ ਸਕੂਲ ਬਣਾਇਆ ਜਾਵੇ, ਕੋਈ ਡਿਸਪੈਂਸਰੀ ਬਣਾਈ ਜਾਵੇ, ਤੇ ਕੋਈ ਹੋਰ ਗੇਟ ਬਣਾਏ ਜਾਣ ਯਾਦਗਾਰ ਦੇ ਵਿੱਚ। ਇਹ ਮੈਂ ਬੇਨਤੀ ਕਰਦਾ। ਸੋ ਭਾਜੀ, ਮੈਨੂੰ ਤੁਸੀਂ ਸਭ ਤੋਂ ਯੰਗ ਲੱਗ ਰਹੇ ਹੋ, ਤੁਸੀਂ ਵੀ ਫੌਜ ਦੇ ਵਿੱਚ ਰਿਟਾਇਰ ਹੋਏ ਹੋ। ਜਦੋਂ ਮਤਲਬ ਇਸੇ ਪਿੰਡ ਦੇ ਹੋ ਤੁਸੀਂ, ਜਦੋਂ ਜੰਮੇ ਸੀ ਜਾਂ ਜਵਾਨ ਹੋਏ ਸੀ, ਕਿੱਦਾਂ ਤੁਹਾਡੇ ਮਨ 'ਚ ਆਇਆ ਸੀ ਮੈਂ ਵੀ ਫੌਜ 'ਚ ਭਰਤੀ ਹੋਣਾ? ਦੇਖੋ ਜੀ, ਸਾਡੇ ਫਾਦਰ ਸਾਹਿਬ ਸੀਗੇ ਜੀ, ਉਹ ਵੀ 24 ਸਾਲ ਲਾ ਕੇ ਫੌਜ ਦੇ ਵਿੱਚੋਂ ਹਵਲਦਾਰ ਰਿਟਾਇਰ ਹੋਏ ਨੇ ਜੀ। ਉਹਨਾਂ ਦੀ ਬਖਸ਼ਿਸ਼ ਜੀ, ਇੰਟਰਸਟ ਸੀਗਾ ਜੀ, ਆਪਣੇ ਦੇਸ਼ ਪ੍ਰਤੀ ਵੀ ਸੀਗਾ ਜੀ, ਤੇ ਚਲੋ ਭਰਤੀ ਹੋ ਗਏ ਜੀ ਬਹੁਤ। ਫਿਰ ਮੈਂ 2019 ਦੇ ਵਿੱਚ ਰਿਟਾਇਰਮੈਂਟ ਆਇਆ ਜੀ, ਤੇ ਉਸ ਦੇ ਬਾਅਦ ਦੇ ਵਿੱਚ ਜੀ ਇਹੀ ਹੈ ਸਾਡੀ ਤਾਂ ਮਨ ਦੇ ਵਿੱਚ ਵੀ ਇਹਨਾਂ ਦੀ ਯਾਦਗਾਰ ਵਿੱਚ ਜੀ ਹੋਣਾ ਚਾਹੀਦਾ ਸਕੂਲ ਜਾਂ ਡਿਸਪੈਂਸਰੀ ਹੋਣਾ ਚਾਹੀਦਾ ਜੀ। ਹਾਂਜੀ, ਕੀ ਕਹਿੰਦੇ ਹੋ ਬਈ ਪਿੰਡ ਫੌਜੀਆਂ ਵਾਲਾ ਜਿਹੜਾ ਹੈਗਾ, ਜਦੋਂ ਗੱਲ ਚੱਲਦੀ ਹੈ ਵੀ ਹਸਨਪੁਰ ਪਿੰਡ ਦੇ ਹੈਗੇ ਆ ਅਸੀਂ, ਕਿੱਦਾਂ ਮਹਿਸੂਸ ਹੁੰਦਾ? ਬਹੁਤ ਮਾਣ ਹੈ ਜੀ। ਸਾਡੇ ਫਾਦਰ ਸਾਹਿਬ ਵੀ ਆਰਮੀ ਸੀ ਜੀ। ਸਾਡੇ ਅਸੀਂ ਦੋ ਬ੍ਰਦਰ ਅਸੀਂ ਆਰਮੀ 'ਚ ਰਹੇ, 24 ਸਾਲ ਉਹਨੇ ਕੀਤੀ, 22 ਸਾਲ ਮੈਂ ਕੀਤੀ। ਅੱਛਾ ਜੀ, ਬਹੁਤ ਬੜਾ ਸਕੂਨ ਹੈ। ਤੁਸੀਂ ਵੀ ਫੌਜੀ ਸੀਗੇ, ਕੀ ਕਹਿਣਾ ਚਾਹੋਗੇ ਇਸ ਫੌਜੀਆਂ ਵਾਲੇ ਪਿੰਡ ਦੇ ਤੁਸੀਂ ਹੈਗੇ ਹੋ? ਇਹ ਵੀਰ ਇਹੀ ਕਹਿਣਾ ਚਾਹੂੰਗੇ ਵੀ ਕੁਛ ਨਾ ਕੁਛ ਇਹਨਾਂ ਦੀ ਯਾਦਗਾਰ ਦੇ ਵਿੱਚ ਬਣੇ, ਤਾਂ ਕਿ ਨਵੀਂ ਪੀੜ੍ਹੀ ਉਤਸ਼ਾਹਿਤ ਹੋਵੇ ਫੌਜ ਵਿੱਚ ਜਾਣ ਪ੍ਰਤੀ। ਇਹ ਨਾਲ ਫਿਰ ਨਸ਼ਿਆਂ ਤੋਂ ਬਚੂਗਾ ਇੱਕ ਤਾਂ ਬੱਚਾ, ਫੌਜ ਵਿੱਚ ਉਹਨੂੰ ਪਤਾ ਹੋਊਗਾ ਮੈਂ ਰਨਿੰਗ ਕਰਨੀ ਹੈ, ਆਪਣਾ ਟਾਈਮ ਟੇਬਲ ਬਣ ਜਾਊਗਾ, ਉੱਠੂਗਾ ਸਵੇਰੇ, ਪ੍ਰੈਕਟਿਸ ਕਰ ਲੂਗਾ, ਕੋਈ ਗਰਾਊਂਡ ਵਗੈਰਾ ਹੀ ਬਣ ਜਾਵੇ, ਕੋਈ ਹੋਰ ਇਹੋ ਜਿਹੀ ਚੀਜ਼ ਬਣਨੀ ਚਾਹੀਦੀ ਹੈ। ਤੇ ਅੱਜ ਦੀ ਡੇਟ 'ਚ ਵੀ ਪਿੰਡ ਦੇ ਨੌਜਵਾਨਾਂ 'ਚ ਹੁੰਦਾ ਉਤਸ਼ਾਹ ਭਰਤੀ ਹੋਣ ਲਈ? ਹੈਗਾ ਜੀ, ਹੈਗਾ, ਹੁੰਦੇ ਆ 7 ਤੋਂ ਬਾਅਦ ਹੋ ਰਹੇ, ਲੇਕਿਨ ਹੁਣ ਥੋੜੀ ਜਿਹੀ ਖੜੋਤ ਆ ਉਹਦੇ ਵਿੱਚ। ਕੁਛ ਕੋਈ ਚੀਜ਼ ਹੋਣੀ ਚਾਹੀਦੀ ਨਾ ਜਿਹਨੂੰ ਦੇਖ ਕੇ ਬੱਚਾ ਇੰਸਪੀਰੇਸ਼ਨ ਮਿਲੇ, ਉਹਨਾਂ ਨੂੰ ਕੋਈ ਭਾਵਨਾ ਮਤਲਬ ਜਿਹੜੀ ਹੈ ਮਨ ਦੇ ਵਿੱਚ ਪੈਦਾ ਹੋਵੇ, ਹੋਣੀ ਚਾਹੀਦੀ ਹੈ ਜੀ। ਸੋ ਹੋਰ ਵੀ ਇੱਥੇ ਖੜੇ ਹੈਗੇ ਨੇ, ਤੁਸੀਂ ਵੀ ਸੇਵਾ ਮੁਕਤੋਂ ਫੌਜ 'ਚੋਂ ਹੀ, ਤੁਹਾਡਾ ਨਾਮ? ਹਾਂਜੀ, ਫਿਰ ਫਾਦਰ ਸਾਹਿਬ ਫੌਜ 'ਚ ਤੇ ਮੈਂ ਵੀ ਖੁਦ 18 ਸਾਲ ਲਾ ਕੇ ਫੌਜ 'ਚੋਂ ਪੈਨਸ਼ਨ ਆਇਆ। ਫਾਦਰ ਸਾਹਿਬ ਕੀ ਰਿਟਾਇਰ ਹੋਏ ਸੀ? ਉਹ ਛੱਡ ਕੇ ਗਏ ਸੀ ਨੌਕਰੀ। ਅੱਛਾ, ਤੁਸੀਂ ਕੀ ਰਿਟਾਇਰ ਹੋਏ ਹੋ? ਮੈਨੂੰ ਰਿਟਾਇਰ ਹੋਏ ਨੂੰ 20 ਸਾਲ ਹੋ ਗਏ। ਕਿਹੜੇ ਅਹੁਦੇ ਤੋਂ ਹੋਏ ਹੋ, ਕੀ ਸੀਗੇ ਤੁਸੀਂ? ਹੌਲਦਾਰ ਸੀ। ਹੌਲਦਾਰ ਸੀਗੇ, ਅੱਛਾ। ਤੇ ਕੀ ਰਿਹਾ ਸੀ ਕਾਰਨ ਜਦੋਂ ਭਰਤੀ ਹੋਏ ਸੀਗੇ, ਮਤਲਬ ਕੁਝ ਹੋਰ ਨਹੀਂ ਸੋਚਿਆ ਵੀ ਬਾਪੂ ਵੀ ਫੌਜੀ ਸੀ, ਮੈਂ ਕਿਉਂ ਬਣਾ ਫੌਜੀ, ਜਾਂ ਖੇਤੀ ਖੂਤੀ ਕਰੀਏ? ਨਹੀਂ ਜੀ, ਸ਼ੁਰੂ ਤੋਂ ਹੀ ਸਟਾਰਟਿੰਗ 'ਚ 18 ਸਾਲ ਦੀ ਉਮਰ 'ਚ ਮੈਂ ਭਰਤੀ ਹੋ ਗਿਆ ਸੀ। ਅੱਛਾ ਜੀ। ਵੈਸੇ ਹੀ ਚਲੇਗਾ ਮੇਲੇ ਪਰ, ਕਿਤੇ ਉੱਥੇ ਭਰਤੀ ਹੋਈ ਸੀ, ਪਹਿਲੀ ਵਾਰੀ ਭਰਤੀ ਹੋ ਗਿਆ। ਅੱਛਾ, ਤੁਸੀਂ ਵੀ ਫੌਜ 'ਚੋਂ ਸੇਵਾ ਮੁਕਤੋਂ। ਕਦੀ ਕਦੀ ਜਦੋਂ ਆਪਾਂ ਕੋਲ ਖਬਰਾਂ ਆਉਂਦੀਆਂ ਨਾ ਕਿ ਕਿਸ ਤਰ੍ਹਾਂ ਕਿ ਫੌਜੀ ਨਾਲ ਕੋਈ ਧੱਕਾ ਹੋ ਗਿਆ, ਜਾਂ ਜਿਵੇਂ ਪਤਾ ਲੱਗਦਾ ਕਿ ਫੌਜੀ ਪਿੰਡ ਦੇ ਵਿੱਚ ਇੱਥੇ ਸਰਹੱਦ ਤੇ ਡਿਊਟੀ ਦੇ ਰਿਹਾ ਸੀ, ਪਿੰਡ 'ਚ ਉਹਦੀ ਕਿਸੇ ਨੇ ਜ਼ਮੀਨ ਦੱਬ ਲਈ ਆ, ਸਰਕਾਰਾਂ ਸੁਣਦੀਆਂ ਨਹੀਂ, ਇਸ ਪਿੰਡ 'ਚ ਵੀ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਅੱਜ ਤੱਕ ਪੱਥਰ ਨਹੀਂ ਲੱਗ ਪਾਇਆ। ਕਦੀ ਕਦੀ ਨਿਰਾਸ਼ਾ ਨਹੀਂ ਹੁੰਦੀ ਵੀ ਸਰਕਾਰਾਂ ਧਿਆਨ ਨਹੀਂ ਦਿੰਦੀਆਂ? ਗੌਰਮੈਂਟ ਫੌਜੀਆਂ ਵਾਸਤੇ ਕੋਈ ਖਾਸ ਗੌਰ ਨਹੀਂ ਕਰਦੀ, ਸਿਰਫ ਅਨਾਉਂਸਮੈਂਟ ਕਰ ਦਿੰਦੀ ਹੈ 10 ਲੱਖ ਰੁਪਏ ਦੇਵਾਂਗੇ, ਇਹ ਦੇਵਾਂਗੇ, ਪਰ ਮੌਕੇ ਪਰ ਦੇ ਕੇ ਨਹੀਂ ਜਾਂਦੇ। ਉਹਦੇ ਬੱਚੇ ਰੁਲਦੇ ਫਿਰਦੇ, ਬਾਅਦ 'ਚ ਜਵਾਨ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲਦੀ, ਦਰ ਦੀਆਂ ਠੋਕਰਾਂ ਕਰਦੇ ਫਿਰਦੇ। ਹੁਣ ਅਸੀਂ ਵੀ 24 ਸਾਲ ਨੌਕਰੀ ਕਰਨ ਤੋਂ ਬਾਅਦ ਪਿੰਡ ਦੇ ਵਿੱਚ ਹਾਲਾਤ ਦੇਖਦੇ ਆ, ਜੋ ਮੇਰੇ ਵੀਰ ਫੌਜ ਦੇ ਵਿੱਚ ਹੈ ਉਹਨਾਂ ਨੂੰ ਪੁੱਛ ਕੇ ਦੇਖ ਲਓ, ਫੌਜ ਦੀ ਤੰਗੀ ਕਿੰਨੀ ਕਸ਼ਟ ਹੈ ਫੌਜ ਦੇ ਵਿੱਚ, ਔਖੀ ਹੈ ਡਿਊਟੀ, ਔਖੀ ਹੋ ਕੇ। ਪਰ ਸਿਵਲ ਵਾਲਿਆਂ ਨੂੰ ਪਤਾ ਨਹੀਂ, ਜਿਹੜੇ ਮੰਤਰੀ ਬਣ ਜਾਂਦੇ ਆ ਉਹ ਫੌਜ ਦੇ ਬਾਰੇ ਕੁਝ ਜਾਣਦੇ ਨਹੀਂ ਹੈਗੇ, ਕਿਉਂਕਿ ਉਹਨਾਂ ਦਾ ਕੋਈ ਨਾ ਉਹਨਾਂ ਦਾ ਮੁੰਡਾ ਹੁੰਦਾ, ਨਾ ਉਹਨਾਂ ਦਾ ਸਾਡਾ ਜਵਾਈ ਹੁੰਦਾ ਫੌਜ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਹੈਗਾ, ਸਿਰਫ ਲੈਕਚਰਬਾਜ਼ੀ ਕਰਕੇ ਸਭ ਚਲੇ ਜਾਂਦੇ।
ਇਹ ਸ਼ਹੀਦਾਂ ਵਾਸਤੇ ਚਲੋ ਅਸੀਂ ਤਾਂ ਨਹੀਂ ਦੇਖੇ ਨਾ, ਵੀ ਅੱਜ ਪਤਾ ਚੱਲਿਆ ਵੀ ਇੰਨੇ ਸ਼ਹੀਦ ਹੋਏ ਆ। ਸੁਣਦੇ ਤਾਂ ਆ ਰਹੇ ਹੋ ਵੈਸੇ। ਸੁਣਦੇ ਆ ਰਹੇ ਆ, ਪਰ ਇਹ ਪੱਥਰ ਦੇ ਬਾਰੇ ਕਿਸੇ ਨੇ ਗੌਰ ਨਹੀਂ ਕੀਤੀ। ਇਹ ਪੱਥਰ ਲੱਗਿਆ ਪਿੰਡ ਦੇ ਵਿੱਚ, ਇੱਥੇ ਟਿੱਕੀਆਂ ਵੀ ਲੱਗ ਸਕਦੀਆਂ ਤੀਆਂ, ਡੈਕੋਰੇਸ਼ਨ ਵੀ ਹੋ ਸਕਦਾ ਸੀ, ਪਰ ਕਿਸੇ ਨੇ ਗੌਰ ਨਹੀਂ ਕੀਤੀ। ਇਹ ਅੱਜ ਪਤਾ ਨਹੀਂ ਕਿੱਦਾਂ ਇਹ ਰੰਗ ਭਰ ਗਿਆ ਇੱਥੇ, ਉਹ ਵੀ ਖੁਦ ਭਰਿਆ। ਇਹਨਾਂ ਗੋਲਡਨ ਕਲਰ ਭਰਨਾ ਚਾਹੀਦਾ, ਪਤਾ ਲੱਗੇ ਵੀ ਚੀਜ਼ ਬਣੀ ਹੈ ਕੋਈ, ਕੋਈ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੁਨੇਹਾ ਮਿਲੇ। ਸੋਚਦੇ ਕਰੇ ਵੀ ਇਹ ਸਾਰੇ ਪਿੰਡ ਦੇ ਜਵਾਨ ਕਿਸੇ ਟਾਈਮ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਲੜਾਈ ਕਰੀ ਉਹਨਾਂ ਨੇ। ਸਾਡੇ ਪਿੰਡ ਦੇ ਐਵੇਂ ਵੀ ਇੱਥੇ ਵੀ ਸ਼ਹੀਦ ਹੋਏ ਆ, ਲੜਾਈ ਦੇ ਵਿੱਚ ਯੋਧੇ ਹੈ। 112 ਹੈ ਔਨ ਸਰਵਿਸ, ਪੈਨਸ਼ਨ ਆ ਚੁੱਕੇ ਹੈ। ਕੁਛ ਸਾਰੇ ਜਵਾਨ ਔਨ ਡਿਊਟੀ ਪਰ ਹੈ, ਪਰ ਗਵਰਨਮੈਂਟ ਇਹਦੇ ਪਰ ਕੋਈ ਧਿਆਨ ਨਹੀਂ ਦਿੰਦੀ ਹੈਗੀ। ਤੁਸੀਂ ਵੀ ਫੌਜ 'ਚ ਰਿਟਾਇਰ ਹੋ? ਹਾਂਜੀ ਮੈਂ ਫੌਜ ਚ ਰਿਹਾ। ਜਦੋਂ ਹੋਏ ਸੀ ਭਰਤੀ ਤਾਂ ਕੀ ਸੀ ਮਨ 'ਚ ਖਿਆਲ ਵੀ ਫੌਜ 'ਚ ਭਰਤੀ ਹੋਣਾ ਹੈ? ਅਸੀਂ 83 ਚ ਭਰਤੀ ਹੋਏ ਸੀ। ਉਸ ਟਾਈਮ ਬਲੂ ਸਟਾਰ ਦਾ ਮਾਹੌਲ ਤਾਂ ਪੰਜਾਬ ਦੇ ਹਾਲਾਤ ਕਾਫੀ ਖਰਾਬ ਤੇ ਉਸੇ ਮਾਹੌਲ ਨੂੰ ਦੇਖਦੇ ਅਸੀਂ ਫੌਜ ਦੇ ਵਿੱਚ ਉਸ ਟਾਈਮ ਭਰਤੀ ਹੋ ਗਏ ਸੀ ਵੀ ਚਲੋ ਇੱਧਰ ਨਹੀਂ ਉੱਧਰ ਸਹੀ, ਫੌਜ ਸਹੀ। ਤੇ 24 ਸਾਲ ਤਕਰੀਬਨ ਨੌਕਰੀ ਕਰੀ ਫੌਜ ਦੀ। ਤੇ ਸਾਡੀ ਮਤਲਬ ਇਹੀ ਮੰਗ ਹੈ ਵੀ ਜਿਹੜੇ ਸਾਡੇ ਪਿੰਡ ਦੇ ਇਹ 21 ਬੰਦੇ ਸੈਨਿਕ ਜਿਹੜੇ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ, ਇਹਨਾਂ ਦਾ ਕੋਈ ਯਾਦਗਾਰੀ ਗੇਟ ਬਣਨਾ ਚਾਹੀਦਾ। ਕੁਛ ਇਹਨਾਂ ਨੂੰ ਯਾਦ ਰੱਖਣ ਵਾਸਤੇ ਕੁਛ ਨਾ ਕੁਛ ਗੌਰਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ। ਥੈਂਕ ਯੂ। ਤੁਹਾਡੇ ਵੀ ਰਹੇ ਆ ਦੱਸਣ? ਅੱਛਾ, ਕੀ ਲੱਗਦਾ ਤੁਹਾਨੂੰ ਕਿ ਪਿੰਡ ਵਾਲਿਆਂ ਨੇ ਹਮੇਸ਼ਾ ਸਮੇਂ-ਸਮੇਂ ਤੇ ਆਵਾਜ਼ ਵੀ ਚੁੱਕੀ ਹੈਗੀ ਹੈ, ਕਿਉਂ ਨਹੀਂ ਸਰਕਾਰਾਂ ਧਿਆਨ ਦਿੰਦੀਆਂ ਇਹੋ ਜਿਹੇ ਕੰਮਾਂ ਵੱਲ? ਪਿੰਡ ਨੇ ਹਮੇਸ਼ਾ ਹੀ ਸ਼ਾਇਦ ਪਿੱਛੇ ਪਤਾ ਹੈਗਾ, ਇੱਕ ਦੋ ਵਾਰੀ ਜੋ ਯਾਦਗਾਰੀ ਗੇਟ ਹੈ ਸਾਡੇ ਪਿੰਡ ਦਾ, ਇਹ ਮਨਜ਼ੂਰ ਵੀ ਹੋਇਆ ਹੈ, ਪਰ ਉਹ ਬਣਿਆ ਨਹੀਂ ਅੱਜ ਤੱਕ। ਕੀ ਵਜ੍ਹਾ ਕੀ ਲੱਗਦੀ ਹੈ? ਵਜ੍ਹਾ ਇਹੀ ਲੱਗਦੀ ਹੈ ਗੌਰਮੈਂਟ ਸੁਣਦੀ ਨਹੀਂ ਹੈਗੀ ਆ। ਪੰਚਾਇਤਾਂ ਆਉਣੀਆਂ, ਮਤੇ ਪਾ ਦੇਣੀਆਂ, ਚਲੇ ਜਾਂਦੀਆਂ, ਤੇ ਗਾਹਾਂ ਆਵਾਜ਼ ਨਹੀਂ ਪਹੁੰਚਦੀ, ਜਾਂ ਆਵਾਜ਼ ਪਹੁੰਚਦੀ ਹੈ ਤਾਂ ਸੁਣਦੇ ਨਹੀਂ ਹੈਗੇ ਚੰਗੀ ਤਰ੍ਹਾਂ। ਠੀਕ ਹੈ ਜੀ, ਇਸ ਕਰਕੇ ਜ਼ਰੂਰੀ ਹੈ ਸਾਡੇ ਪਿੰਡ ਨੂੰ ਇਹ ਚਾਹੀਦਾ ਹੈ ਕੁਝ ਇੱਥੇ ਬਣਨਾ ਚਾਹੀਦਾ, ਯਾਦਗਾਰੀ ਗੇਟ ਬਣੇ ਜਾਂ ਕੋਈ ਡਿਸਪੈਂਸਰੀ ਬਣੇ ਜਾਂ ਕੋਈ ਸਕੂਲ ਉਹਨਾਂ ਦੇ ਨਾਂ 'ਤੇ ਰੱਖਿਆ ਜਾਵੇ, ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਯਾਦ ਰੱਖ ਸਕੇ ਅੱਗੇ ਵਾਸਤੇ। ਸੋ ਇੱਕ ਹੋਰ ਪਿੰਡ ਦੇ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ। ਤੁਹਾਡੇ ਘਰ ਦੇ ਵੀ ਕਿਹੜੇ ਬਜ਼ੁਰਗ ਤੁਹਾਡੇ ਫੌਜ 'ਚ ਰਹੇ ਨੇ? ਹਾਂਜੀ, ਉਹ ਫਸਟ ਵਰਲਡ ਵਾਰ 'ਚ ਮੇਰੇ ਪੜਦਾਦਾ ਜੀ ਸਰਦਾਰ ਨਰਾਤਾ ਸਿੰਘ, ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਰਹੇ ਫੌਜ 'ਚ, ਮੇਰੇ ਫਾਦਰ ਸਾਹਿਬ ਰਹੇ ਦਾਦਾ ਜੀ ਦਾ ਨਾਮ? ਬਖਸ਼ੀਸ਼ ਸਿੰਘ ਜੀ। ਤੇ ਮੇਰੇ ਫਾਦਰ ਸਾਹਿਬ ਮਲਕੀਤ ਸਿੰਘ ਸੂਬੇਦਾਰੀ ਪੈਨਸ਼ਨ ਆਏ ਸੀ ਜੀ। ਤੇ ਤਾਇਆ ਜੀ ਰਹੇ ਜੀ ਮੇਰੇ। ਤੇ ਤੁਹਾਡਾ ਨਹੀਂ ਦਿਲ ਕੀਤਾ ਜਾਣ ਨੂੰ ਕਿ ਮਿਲੀ ਨਹੀਂ ਨੌਕਰੀ ਫੌਜ 'ਚ? ਨਹੀਂ, ਮੈਨੂੰ SBI ਬੈਂਕ 'ਚ ਕਰਦਾ ਜੋਬ ਗਿਆ ਸੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਮਨਾ ਕਰਤਾ ਸੀ ਉਸ ਟਾਈਮ। ਅੱਛਾ, ਵਜ੍ਹਾ ਇਹੀ ਹੋ ਸਕਦੀ ਹੈ ਜੀ, ਜਿਹਦੀ ਨਿਰਾਸ਼ਾ ਸਾਨੂੰ ਤਾਂ। ਅਸੀਂ ਤਾਂ ਦੇਸ਼ ਕੌਮ ਲਈ ਕਰ ਰਹੇ ਹਾਂ, ਸਾਡੇ ਪਿੰਡ 'ਚ ਫੌਜੀ ਮਾਸਟਰ ਬਹੁਤ ਨੇ, ਪਰ ਪਤਾ ਨਹੀਂ ਕਿਉਂ ਵਜ੍ਹਾ ਤਾਂ ਇਹੀ ਹੋ ਸਕਦੀ ਮੇਰੇ ਹਿਸਾਬ ਨਾਲ। ਤਾਂ ਉਹਨਾਂ ਨੇ ਬਹੁਤ ਕਦੀ ਮਨ ਨਿਰਾਸ਼ ਹੁੰਦਾ ਵੀ ਦੇਖੋ ਸਾਡੇ ਪਿੰਡ ਦਾ ਯੋਗਦਾਨ ਤੇ ਸਰਕਾਰਾਂ ਦਾ ਇੱਕ ਪੱਥਰ ਵੀ ਲਾ ਸਕਦੀਆਂ, ਯਾਦਗਾਰ ਨਹੀਂ ਬਣਾ ਸਕਦੀਆਂ। ਸਰਕਾਰ ਚਾਹੁਣ ਨੂੰ ਬਹੁਤ ਕੁਝ ਕਰ ਸਕਦੀ ਜੇ ਕਰਨ ਤੇ ਆਉਣ, ਕੋਈ ਲਾਇਬ੍ਰੇਰੀ ਬਣਾ ਦੇਣ ਬੱਚਿਆਂ ਲਈ, ਸਾਡੇ ਗਰਾਊਂਡ ਦੇ ਦੇਣ ਸਾਨੂੰ, ਬੱਚੇ ਪੜ੍ਹ ਲਿਖ ਲੈਣ, ਤੇ ਕਰਦਾ ਕੋਈ ਕੁਝ ਨਹੀਂ ਉਰੇ। ਸੋ ਇਹ ਪਿੰਡ ਵਾਲੇ ਦੇਖ ਲਓ, ਜਿਹੜਾ ਇੱਕ ਇਹਨਾਂ ਦਾ ਕਿਤੇ ਮਾਣ ਵੀ ਹੈਗਾ, ਪਰ ਇਹਨਾਂ ਪਿੰਡ ਵਾਲਿਆਂ ਨੂੰ ਰੋਸਾ ਵੀ ਹੈਗਾ ਸਰਕਾਰਾਂ ਦੇ ਨਾਲ। ਸਮੇਂ-ਸਮੇਂ ਤੇ 100 ਸਾਲ ਦੇ ਇਤਿਹਾਸ 'ਚ ਪਤਾ ਨਹੀਂ ਕਿੰਨੇ MLA ਆਏ ਹੋਣੇ, ਕਿੰਨੇ MP ਆਏ ਹੋਣੇ, ਕਿੰਨੀਆਂ ਸਰਕਾਰਾਂ ਬਣੀਆਂ। ਤੇ ਜਿਹੜਾ ਪੱਥਰ ਹੈ ਇਹ ਕਿਹਾ ਜਾਂਦਾ ਵੀ ਉਸ ਟਾਈਮ ਜੇ ਆਪਾਂ ਕਹੀਏ ਤਾਂ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਲੱਗ ਚੁੱਕਾ ਸੀਗਾ। 1947 'ਚ ਸਾਡਾ ਮੁਲਕ ਆਜ਼ਾਦ ਹੋਇਆ, 1919 ਦੀ ਜਿਹੜਾ 5 ਸਾਲ ਦਾ ਪੀਰੀਅਡ ਸੀਗਾ ਉਦੋਂ ਫਸਟ ਵਰਲਡ ਵਾਰ ਹੋਈ ਸੀ। ਪਰ ਅੱਜ ਤੱਕ ਇੱਕ ਸਦੀ ਬੀਤ ਚੁੱਕੀ ਹੈ, ਜੇ ਆਪਾਂ ਕਹੀਏ 100 ਸਾਲ ਇੱਕ ਸਦੀ ਹੁੰਦੀ ਹੈ, ਉਸ ਤੋਂ ਵੱਧ ਸਮਾਂ ਹੋ ਗਿਆ। ਇੱਥੇ ਸਿਰਫ ਇੱਕ ਯਾਦਗਾਰ ਨਹੀਂ ਸਰਕਾਰ ਬਣਾ ਸਕੀ, ਭਾਵੇਂ ਉਹ ਸਾਡੇ ਸੂਬੇ ਦੀ ਗੱਲ ਕਰ ਲਈਏ ਤਾਂ ਫੌਜੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਫੌਜ ਦੇ ਕਹਿੰਦੇ ਮੈਂ ਬਹੁਤ ਫਿਕਰ ਕਰਦਾ ਜਾਂ ਉਹਨਾਂ ਦੀ ਵੈਲਫੇਅਰ ਲਈ ਮੈਂ ਹਮੇਸ਼ਾ ਤਿਆਰ ਰਹਿੰਦਾ, ਕਰੋੜ ਰੁਪਏ ਉਹਨਾਂ ਨੂੰ ਮੁਆਵਜ਼ੇ ਵੀ ਦੇਵਾਂਗੇ। ਪਰ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ, ਜਿਹੜੀ ਬੈਟਲ ਆਫ ਸਾਰਾਗੜੀ ਦੀ ਲੜਾਈ ਤੇ ਉਹ ਕਿਤਾਬ ਵੀ ਲਿਖ ਚੁੱਕੇ ਨੇ, ਪਰ ਅਜਿਹੀਆਂ ਘਟਨਾਵਾਂ ਜਾਂ ਅਜਿਹੀਆਂ ਗੱਲਾਂ ਜਦੋਂ ਵੇਖਣ ਨੂੰ ਮਿਲਦੀਆਂ ਤਾਂ ਕਿਤੇ ਨਾ ਕਿਤੇ ਮਨ ਨਿਰਾਸ਼ ਵੀ ਹੁੰਦਾ ਹੈ ਕਿ ਦੇਸ਼ ਕੌਮ ਦੀ ਸਰਹੱਦਾਂ ਤੇ ਖੜੇ ਰਹਿਣ ਵਾਲੇ, ਦਿਨ ਰਾਤ ਪਹਿਰੇ ਦੇਣ ਵਾਲੇ ਜਿਹੜੇ ਹੁੰਦੇ ਨੇ ਨੌਜਵਾਨ ਸੈਨਿਕ ਫੌਜੀ, ਤਾਂ ਜਦੋਂ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਇਹੋ ਜਿਹੀ ਸਥਿਤੀ ਹੈਗੀ ਹੈ ਤਾਂ ਕਿਤੇ ਨਾ ਕਿਤੇ ਮਨ ਦਾ ਨਿਰਾਸ਼ ਹੋ ਜਾਣਾ ਸੁਭਾਵਿਕ ਵੀ ਹੁੰਦਾ ਹੈਗਾ। ਇਹ 6 ਇਨ ਵਰਲਡ ਵਾਰ 1 ਭੁਪਿੰਦਰ ਸਿੰਘ ਹਾਲੈਂਡ ਉਹਨਾਂ ਦੀ ਲਿਖੀ ਹੋਈ ਜਿਹੜੀ ਇਹ ਕਿਤਾਬ ਹੈਗੀ ਹੈ, ਤੁਸੀਂ ਦੇਖ ਰਹੇ ਹੋ। ਔਰ ਇਸ ਕਿਤਾਬ ਦੇ ਵਿੱਚ ਵੀ ਇਸ ਪਿੰਡ ਦੇ ਜਿਹੜੇ ਹੋਏ ਨੇ ਸ਼ਹੀਦ, ਉਹਨਾਂ ਦਾ ਜ਼ਿਕਰ ਹੈਗਾ। ਸੋ ਕਿਤੇ ਨਾ ਕਿਤੇ ਲੇਖਕਾਂ ਨੇ ਵੀ ਸਮੇਂ-ਸਮੇਂ ਤੇ ਇਹਨਾਂ ਨੂੰ ਮਾਨਤਾ ਦੇ ਦਿੱਤੀ, ਪਰ ਜੇ ਇੱਕ ਨਹੀਂ ਦਿੱਤੀ ਤਾਂ ਸਿਰਫ ਹੁਕਮਰਾਨ ਸਰਕਾਰਾਂ ਨੇ, ਭਾਵੇਂ ਉਹ ਕੇਂਦਰ ਦੀਆਂ ਹੋਣ ਤੇ ਭਾਵੇਂ ਹੋਣ ਉਹ ਸੂਬੇ ਦੀਆਂ। ਵਿਜੇ ਦੀਪ ਬਾਜਵਾ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਹਸਨਪੁਰ, ਖਰੜ।